हाँ जी, ਤਾਂ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਅਲਮਾ ਮੈਟਰ ਆਨਲਾਈਨ ਪੁਆਇੰਟ ਦੇ ਵਿੱਚ। ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਈਟੀਟੀ ਕੈਡਰ ਨਾਲ ਰਿਗਾਰਡਿੰਗ ਜਿਹੜਾ ਸਿਲੇਬਸ ਹੈ ਮਟੀਰੀਅਲ ਹੈ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹੁੰਦੇ ਹਾਂ। ਤਾਂ ਅੱਜ ਇੱਕ ਕੋਸ਼ਿਸ਼ ਕਰੀਏ ਜਿਹਦੇ 'ਚ ਅਸੀਂ ਕੁਝ ਪੋਰਸ਼ਨ ਰੀਟ ਪੇਪਰ ਦਾ ਸੋਲਵ ਕਰਿਆ, ਠੀਕ ਹੈ, ਜਿਹਦੇ ਤੋਂ ਤੁਹਾਨੂੰ ਪਤਾ ਲੱਗ ਸਕਦਾ ਤੁਹਾਡੀ ਈਟੀਟੀ ਕੈਡਰ ਦੀ ਤਿਆਰੀ ਕਿੰਨੀ ਹੈ, ਠੀਕ ਹੈ, ਕਿਉਂਕਿ ਈਟੀਟੀ ਕੈਡਰ ਦੀ ਜਿਹੜੀ ਸਾਇੰਸ ਹੈ ਅਤੇ ਜਿਹੜੀ ਰੀਟ ਦੀ ਸਾਇੰਸ ਸੀਗੀ ਪੇਪਰ 2 ਦੀ ਦੋਵੇਂ ਸੇਮ ਨੇ। ਇਹਦੇ ਵਿੱਚ ਵੀ 9th ਅਤੇ 10th ਦੀ ਸਾਇੰਸ ਸੀਗੀ ਅਤੇ ਈਟੀਟੀ ਕੈਡਰ ਪੇਪਰ 2 ਦੇ ਵਿੱਚ ਵੀ 9th ਅਤੇ 10th ਦੀ ਸਾਇੰਸ ਹੈ, ਠੀਕ ਹੈ। ਤਾਂ ਇਹਦੇ ਤੋਂ ਕੁਝ ਕੁਐਸਚਨਸ ਨੇ ਜਿਹੜੇ ਪੁੱਛੇ ਜਾ ਸਕਦੇ ਨੇ ਡਾਇਰੈਕਟਲੀ ਜਾਂ ਜੋ ਇੰਪੋਰਟੈਂਟ ਨੇ, ਠੀਕ ਹੈ, ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲੋਂ ਇੰਪੋਰਟੈਂਟ ਨੇ। ਤਾਂ ਆਹੋ ਕੁਐਸਚਨ ਅੱਜ ਡਿਸਕਸ ਕਰਦੇ ਹਾਂ। ਹਾਂਜੀ, ਤਾਂ ਫਸਟ ਕੁਐਸਚਨ ਹੈ ਆਪਣੇ ਕੋਲ, ਕੈਮੀਕਲ ਫਾਰਮੂਲਾ ਆਫ ਐਲੂਮੀਨੀਅਮ ਸਲਫੇਟ। ਐਲੂਮੀਨੀਅਮ ਸਲਫੇਟ ਦਾ ਕੈਮੀਕਲ ਫਾਰਮੂਲਾ ਕੀ ਹੋਏਗਾ? ਹਾਂਜੀ, ਤਾਂ ਐਲੂਮੀਨੀਅਮ ਸਲਫੇਟ ਆਪਣੇ ਕੋਲ ਕੀ ਹੁੰਦਾ ਹੈ? ਇੱਕ ਆਇਨਿਕ ਮੋਲੀਕਿਊਲ ਹੁੰਦਾ ਐਲੂਮੀਨੀਅਮ ਸਲਫੇਟ। ਐਲੂਮੀਨੀਅਮ ਹੁੰਦਾ Al3 ਪੋਜ਼ੀਟਿਵ ਅਤੇ ਸਲਫੇਟ SO4 2 ਨੈਗੇਟਿਵ, ਠੀਕ ਹੈ। ਅਤੇ ਕ੍ਰਿਸ ਕ੍ਰੋਸ ਮੈਥਡ ਨਾਲ 2 ਇੱਧਰ ਅਤੇ 3 ਇੱਧਰ Al2SO4 ਥਰਾਈਸ, Al2SO4 ਥਰਾਈਸ। ਤਾਂ ਦੇਖ ਲਓ ਆਪਣੇ ਕੋਲ ਕਿਹੜਾ ਫਾਰਮੂਲਾ ਬਣੇਗਾ। ਸੀ ਆਪਸ਼ਨ, ਸੀ ਆਪਣੇ ਕੋਲ ਕੀ ਹੋਏਗੀ? ਕਰੈਕਟ ਆਪਸ਼ਨ ਹੈਗੀ, ਠੀਕ ਹੈ ਜੀ। ਇੱਦਾਂ ਦਾ ਇੱਕ ਕੁਐਸਚਨ ਜ਼ਰੂਰ ਪੁੱਛਿਆ ਜਾ ਸਕਦਾ ਹੈ ਜਿਹਦੇ ਵਿੱਚ ਇੱਕ ਮੈਟਲ ਪਾਰਟ ਹੋ ਸਕਦਾ, ਇੱਕ ਨੋਨ ਮੈਟਲ ਪਾਰਟ ਹੋ ਸਕਦਾ, ਅਤੇ ਦੋਵਾਂ ਨੂੰ ਆਪਾਂ ਨੂੰ ਕ੍ਰਿਸ ਕ੍ਰੋਸ ਮੈਥਡ ਦੇ ਨਾਲ ਸੋਲਵ ਕਰਨਾ ਹੋਏਗਾ, ਠੀਕ ਹੈ। ਆਪਾਂ ਇੱਕ ਆਇਨਿਕ ਕੰਪਾਊਂਡ ਦਾ ਇੱਕ ਫਾਰਮੂਲਾ ਬਣਾਉਣਾ ਅਤੇ ਇਹਦੇ ਵਾਸਤੇ ਆਪਾਂ ਨੂੰ ਪਤਾ ਕੀ ਹੋਣਾ ਚਾਹੀਦਾ? ਆਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ। ਐਲੂਮੀਨੀਅਮ ਦੀ ਅਤੇ ਸਲਫੇਟ ਦੀ ਅਲੱਗ ਅਲੱਗ ਐਲੀਮੈਂਟਸ ਦੀਆਂ ਵੈਲੈਂਸੀਜ਼ ਕਿੰਨੀਆਂ ਕਿੰਨੀਆਂ ਹੋਣੀਆਂ ਚਾਹੀਦੀਆਂ, ਠੀਕ ਹੈ ਜੀ। ਨੈਕਸਟ, ਦਾ ਮੈਟਲ ਹੈਵਿੰਗ ਲੋਐਸਟ ਮੈਲਟਿੰਗ ਪੁਆਇੰਟ ਅਮੰਗ ਦਾ ਫੋਲੋਇੰਗ। ਇਹਨਾਂ ਸਭ ਵਿੱਚੋਂ ਸਭ ਤੋਂ ਘੱਟ ਮੈਲਟਿੰਗ ਪੁਆਇੰਟ ਹੈ। ਤਾਂ ਜਦੋਂ ਵੀ ਆਪਾਂ ਨੋਰਮਲੀ ਮੈਟਲਸ ਅਤੇ ਨੋਨ ਮੈਟਲਸ ਦੇ ਬਾਰੇ ਪੜ੍ਹਦੇ ਹਾਂ ਤਾਂ ਆਪਾਂ ਜਨਰਲੀ ਇਹ ਗੱਲ ਕਰਦੇ ਹਾਂ ਮੈਟਲਸ ਅਤੇ ਨੋਨ ਮੈਟਲਸ ਦਾ ਜਿਹੜੇ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਹਾਈ ਹੁੰਦੇ ਨੇ। ਬਟ ਕੁਝ ਮੈਟਲ ਅਤੇ ਨੋਨ ਮੈਟਲ ਹੁੰਦੀਆਂ ਨੇ, ਕੁਝ ਮੈਟਲਸ ਹੁੰਦੀਆਂ ਨੇ ਜਿਹੜੀਆਂ ਐਕਸੈਪਸ਼ਨਸ ਹੁੰਦੀਆਂ ਨੇ, ਠੀਕ ਹੈ। ਤਾਂ ਐਕਸੈਪਸ਼ਨ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ ਗੈਲੀਅਮ ਅਤੇ ਸੀਜ਼ੀਅਮ। ਇਹਨਾਂ ਦੇ ਮੈਲਟਿੰਗ ਪੁਆਇੰਟ ਕੀ ਹੁੰਦੇ ਨੇ? ਬਹੁਤ ਥੋੜ੍ਹੇ ਹੁੰਦੇ ਨੇ। ਇਹਨਾਂ ਨੂੰ ਜਦੋਂ ਆਪਾਂ ਹੱਥ 'ਤੇ ਰੱਖਦੇ ਹਾਂ, ਠੀਕ ਹੈ, ਹੱਥ 'ਤੇ ਰੱਖਣ ਕਰਕੇ ਇਹ ਕੀ ਹੋ ਜਾਂਦੇ ਨੇ? ਮੈਲਟ ਹੋ ਜਾਂਦੇ ਨੇ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਮੈਲਟਿੰਗ ਪੁਆਇੰਟ ਕਿਹਦਾ ਸਭ ਤੋਂ ਘੱਟ ਕਿਹਦਾ ਹੁੰਦਾ? ਗੈਲੀਅਮ ਦਾ। ਗੈਲੀਅਮ ਲਿਖਿਆ ਹੋਵੇ ਤਾਂ, ਸੀਜ਼ੀਅਮ ਲਿਖਿਆ ਹੋਵੇ ਤਾਂ। ਸੀਜ਼ੀਅਮ ਦਾ ਇਸ ਤੋਂ ਵੀ ਘੱਟ ਹੁੰਦਾ, ਠੀਕ ਹੈ ਜੀ। ਗੈਲੀਅਮ ਦਾ ਸਭ ਤੋਂ ਘੱਟ ਲੀਸਟ ਮੈਲਟਿੰਗ ਪੁਆਇੰਟ ਹੈ, ਠੀਕ ਹੈ ਜੀ। ਨੈਕਸਟ ਹੈ ਕਲਰ ਆਫ ਫਿਨੋਫਥਾਲੀਨ ਇੰਡੀਕੇਟਰ। ਜਿਹੜਾ ਫਿਨੋਫਥਾਲੀਨ ਇੰਡੀਕੇਟਰ ਹੁੰਦਾ ਫਿਨੋਫਥਾਲੀਨ, ਉਹਦਾ ਅਲਕਲਾਈਨ ਮੀਡੀਅਮ ਦੇ ਵਿੱਚ ਕਲਰ ਕੀ ਹੁੰਦਾ? ਇਹ ਰਾਜੇ ਮੋਸਟ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਇਹ ਕੁਐਸਚਨ ਤਾਂ ਉਹ ਹੈ ਮਤਲਬ ਜਿਹਦੇ ਤੁਸੀਂ ਸ਼ਰਤ ਲਾ ਸਕਦੇ ਤੇ ਇਹ ਕੁਐਸਚਨ ਮਤਲਬ ਇੱਕ ਇੰਡੀਕੇਟਰ ਵਾਲਾ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਪੱਕਾ ਵੇਖਣ ਨੂੰ ਮਿਲੇਗਾ, ਠੀਕ ਹੈ। ਇੰਡੀਕੇਟਰ ਆਪਣੇ ਕੋਲ ਨੋਰਮਲੀ ਲਿਟਮਸ ਪੇਪਰ, ਠੀਕ ਹੈ, ਫਿਨੋਫਥਲੀਨ ਅਤੇ ਮਿਥਾਈਲ ਔਰੇਂਜ ਅਤੇ ਟਰਮਰਿਕ ਪੇਪਰ ਅਤੇ ਚਾਈਨਾ ਰੋਜ਼। ਮਤਲਬ ਆਹ ਘੱਟੋ ਘੱਟ ਪਤਾ ਹੋਣੇ ਚਾਹੀਦੇ ਨੇ, ਠੀਕ ਹੈ। ਇਹ ਐਸਿਡ ਬੇਸ ਐਂਡ ਸਾਲਟ ਵਾਲਾ ਆਪਾਂ ਚੈਪਟਰ ਕਰਵਾ ਰੱਖਿਆ, ਤੁਸੀਂ ਉਹਦੀ ਵੀਡੀਓ ਵੇਖ ਸਕਦੇ ਇਹਦੇ ਨਾਲ। ਤਾਂ ਫਿਨੋਫਥਾਲੀਨ ਅਲਕਲਾਈਨ, ਅਲਕਲਾਈਨ ਦਾ ਮਤਲਬ ਬੇਸਿਕ ਹੁੰਦਾ ਰਾਜੇ। ਅਲਕਲਾਈਨ ਦਾ ਮਤਲਬ ਬੇਸਿਕ ਹੁੰਦਾ ਅਤੇ ਬੇਸਿਕ ਦੇ ਵਿੱਚ ਇਹਨਾਂ ਦਾ ਕਲਰ ਕਿਹੜਾ ਹੋ ਜਾਂਦਾ? ਪਿੰਕ। ਜਿਹੜੇ ਫਿਨੋਫਥਾਲੀਨ ਨੇ ਉਹ ਬੇਸ ਦੇ ਵਿੱਚ ਪਿੰਕ ਹੀ ਰਹਿੰਦੇ ਨੇ ਅਤੇ ਐਸਿਡ ਦੇ ਵਿੱਚ ਉਹ ਕਲਰਲੈਸ ਹੁੰਦੇ ਨੇ, ਐਸਿਡ ਦੇ ਵਿੱਚ ਉਹ ਕਲਰਲੈਸ ਹੁੰਦੇ ਨੇ, ਠੀਕ ਹੈ ਜੀ। ਨੈਕਸਟ, ਇਹ ਮਤਲਬ ਪੋਲੀਮਰ ਚੈਪਟਰ ਦਾ ਕੁਐਸਚਨ ਹੈ, ਠੀਕ ਹੈ। ਮੇ ਬੀ ਪੋਲੀਮਰ ਵਾਲਾ 8th ਕਲਾਸ ਵਿੱਚ ਆਉਂਦਾ ਤਾਂ ਆਪਣੇ ਵਾਸਤੇ ਇੰਨਾ ਇੰਪੋਰਟੈਂਟ ਨਹੀਂ ਹੈ, ਬਟ ਫਿਰ ਵੀ ਆਪਾਂ ਕਰ ਲੈਂਦੇ ਹਾਂ। ਵਿਚ ਆਫ ਦਾ ਫੋਲੋਇੰਗ ਸਿੰਥੈਟਿਕ ਫਾਈਬਰ ਇਜ਼ ਆ ਪੋਲੀਮਰ ਆਫ ਇਥਾਈਲਿਨ ਗਲਾਈਕੋਲ। ਇਥਾਈਲਿਨ ਗਲਾਈਕੋਲ ਅਤੇ ਟੈਰੀਥੈਲਿਕ ਐਸਿਡ ਦਾ ਨੂੰ ਰਲਾ ਕੇ ਜਿਹੜਾ ਪੋਲੀਮਰ ਬਣਦਾ ਉਹ ਕਿਹੜਾ ਹੁੰਦਾ? ਉਹ ਕਿਹੜਾ ਹੁੰਦਾ? ਡੈਕਰੋਨ। ਡੈਕਰੋਨ ਇੱਕ ਪੋਲੀਮਰ ਹੁੰਦਾ, ਠੀਕ ਹੈ, ਜਿਹੜਾ ਇਥਾਈਲਿਨ ਗਲਾਈਕੋਲ ਅਤੇ ਟੈਰੀਥੈਲਿਕ ਐਸਿਡ ਨੂੰ ਰਲਾ ਕੇ ਬਣਦਾ, ਠੀਕ ਹੈ ਜੀ। ਉਹ ਕਿਹੜਾ ਹੁੰਦਾ? ਡੈਕਰੋਨ। ਹਾਂਜੀ, ਨੈਕਸਟ ਕੁਐਸਚਨ ਹੈ ਆਪਣੇ ਕੋਲ। ਨੈਕਸਟ ਕੁਛ ਪੈਡਾਗੋਜੀ ਦੇ ਕੁਐਸਚਨਸ ਨੇ। ਉਹ ਪੈਡਾਗੋਜੀ ਆਪਾਂ ਨੂੰ ਪਤਾ ਹੈ ਆਪਣੇ ਸਿਲੇਬਸ ਦਾ ਪਾਰਟ ਨਹੀਂ ਹੈ, ਤਾਂ ਫਿਰ ਆਪਾਂ ਉਹ ਡਿਸਕਸ ਨਹੀਂ ਕਰਾਂਗੇ,
ठीक है, पैडागोजी तो अगे क्वेश्चन है। नैक्सट अपने को विच ऑफ द फॉलोइंग सैल ऑर्गेनैलीज हैज़ फॉर्मिंग फेस एंड मैच्योरेशन फेस। वो किहड़ी सैल ऑर्गेनैली है जिहदा फॉर्मिंग फेस ते मैच्योरेशन मतलब पहला फेस अलग हुंदा है ते मैच्योर होने ते फेस अलग हो जाता है, किहड़ी हुंदी गोल्गी बॉडीज। ठीक है, तो जिहड़ा माइटोकॉन्ड्रिया हुंदा है उहनूं यह बी ऑप्शन इहदा आंसर है। मैं लिख देना तो बाकी सारे नाल एक्सप्लेन कर देना। एक पक्का सैल ऑर्गेनैली आने के पूरे पूरे चांसिस ने। माइटोकॉन्ड्रिया नूं पावर हाउस ऑफ आ सैल, सैल का पावर हाउस। ठीक है, यही सैल नूं एनर्जी प्रोवाइड करवाउंदा है। इत्थे की हुंदी सैलूलर रैसपीरेशन, इत्थे की हुंदी सैलूलर रैसपीरेशन। लाइसोसोम की हुंदे ने सुसाइडल बैग, लाइसोसोम की हुंदे ने सुसाइडल बैग, स्ट्रोंग ऑक्सीडेटिव एंजाइम हुंदे ने। ते प्लास्टिड दे विच की हुंदा है यह किचन ऑफ सैल, प्लांट सैल दे विच जो भी फूड बनाउंदे ने ओह बनाउंदे ने, ओह कौन बनाउंदे ने प्लास्टिड। ठीक है, तो माइटोकॉन्ड्रिया ते प्लास्टिड की हुंदे जिन्हां दा आपदा खुद दा DNA हुंदा है, मतलब यह की हुंदे ने सैमी ऑटोनोमस। माइटोकॉन्ड्रिया ते प्लास्टिड, ते प्लास्टिड जिहड़ा है स्पैशल प्लांट सैल दे विच हुंदा है, ओनली इन प्लांट सैल, स्पैशल प्लांट सैल दे विच हुंदा है। ठीक है, अगे द नंबर ऑफ मोलर टीथ प्रेजेंट इन अपर जा ऑफ एन अडल्ट मैन। एक अडल्ट मैन दे अपर जा दे विच किन्ने टिथ मतलब किन्ने मोलर टिथ होंदे। तो मैं टोटल टिथ वाला फॉर्मूला लिख देना, यह हुंदा है 2:1 फिर 2:3। ठीक है, 2 इनसीजर हुंदे ने, एक कैनाइन हुंदा है, ते 2 अपने कोल प्री मोलर हुंदे ने, ते 3 अपने कोल की हुंदे ने मोलर हुंदे ने। ठीक है, हुण की हुंदा है यही उन्हां दी रेशो हुंदी है। ठीक है, जदों आपां रेशो नूं काउंट करांगे ना यही अपने कोल टोटल बनदे ने 8। ठीक है, हुण आपां नूं पता है अपर जा दे विच टोटल 16 हुंदे ने। ठीक है, तो सारे एक्चुअली इन्हां तो डबल हुंदे ने, यानी कि 2 दा 4 2 4 ते 6 आपां नूं पुछे ने मोलर, तो मोलर किन्ने हुंदे ने 6। अपर जा दे विच 6 मोलर हुंदे ने। ठीक है, मतलब आह अपने कोल रेशो है इन्हां दी। ठीक है, इहदे तो कन्फ्यूज नहीं हो जाना भी 3 तो ऑप्शन ही नहीं है। ठीक है, इन्नी रेशो दे विच ने तो आपां नूं पता है ये 8 बने, अपर जा दे विच 16 ते 16 नीचे। ठीक है, तो 6 अपर जा दे विच की होणगे मोलर टीथ होणगे। ठीक है, जे वो याद रखने की बजाय आह याद रख सकते तो ज़्यादा बैटर है, या ये याद रख के तेन 2 नाल मल्टीप्लाई कर दो, जिन्होंने भी याद रख लो 2123 ते मल्टीप्लाई बाय 2। ठीक है, इनसीजर कैनाइन्स प्री मोलर ते मोलर। हाँ जी, अगे पैडागोजी के क्वेश्चन ने एक दो वो आप नहीं करने। नैक्सट द साइट ऑफ फर्टिलाइजेशन ह्यूमन फीमेल्स के फर्टिलाइजेशन कितने होंगी है, वो वैजिना ते और यूट्रस ओवरीज फैलोपियन ट्यूब्स, तो की होंगे फैलोपियन ट्यूब्स के। ठीक है, फर्टिलाइजेशन का मतलब होंगे फ्यूजन ऑफ मेल एंड फीमेल गैमीट्स, मेल ते फीमेल गैमीट्स का फ्यूजन। फ्यूजन ऑफ मेल एंड फीमेल गैमीट्स, मेल ते फीमेल गैमीट्स का फ्यूजन होना, उस प्रोसैस नूं की कहंदे ने फर्टिलाइजेशन। ते फर्टिलाइजेशन कित्थे हुंदी फैलोपियन ट्यूब्स दे विच, फर्टिलाइजेशन कित्थे हुंदी फैलोपियन ट्यूब्स दे विच। द मोस्ट कॉमन मोड ऑफ एसैक्सुअल रिप्रोडक्शन इन हाइड्रा, हाइड्रा दे विच केड़ा मोड ऑफ रिप्रोडक्शन हाइड्रा ज़्यादा यूज़ करता है। ठीक है, उन्होंने पूछा मोस्ट कॉमन, तो हाइड्रा की होंदा है बर्डिंग यूज़ करता है। ठीक है, हाइड्रा रीजनरेशन भी करता है। ठीक है, पर रीजनरेशन कोई भी ऑर्गेनिज्म उदों करता है जो एक्सटर्नली हो रही होवे, तां वो आप डिपेंड नहीं होंदा किसी ऑर्गेनिज्म, कोई भी ऑर्गेनिज्म इस चीज़ से डिपेंड नहीं होंदा भी बाहरों उन्होंने कोई आके कटेगा तो वो आपकी रिप्रोडक्शन करेगा।
ठीक है जी, वो आपकी रिप्रोडक्शन करेगा तो उन्होंने आपकी रिप्रोडक्शन करने वास्ते वो चाहता है भी खुद पर डिपेंडेंट हो, तो खुद पर डिपेंडेंट वास्ते वो की करता है, बडिंग करता है। ठीक है, तो बाइनरी फिशन कि होंगे, थोड़ा जहा नाल आप बाकी टर्म्स भी एक्सप्लेन कर दें, क्योंकि जरूरी तो नहीं है भी क्वेश्चन उही आएंगे। ठीक है, क्वेश्चन के कुछ भी पूछा जा सकता। बाइनरी फिशन होंगे अमीबा के, ठीक है, बडिंग हाइड्रा के, मल्टीपल फिशन होंगी प्लाजमोडियम के, स्पोर फॉर्मेशन ब्रेड मोल्ड या फिर राइजोपस, राइजोपस। हाँ जी, क्लियर है जी। नेक्स्ट है द टर्म हॉटस्पॉट। ठीक है, एक्चुअली टर्म सही बायोडाइवर्सिटी हॉटस्पॉट होती है। ठीक है, बायोडाइवर्सिटी हॉटस्पॉट का मतलब होंगे वो वाली जगह जिथे इको ही थां ते बहुत सारिया लिविंग ऑर्गेनिज्म बड़िया सारिया प्रजातियां रहिंदियां उन्होंने कहते बायोडाइवर्सिटी हॉटस्पॉट। मतलब जिथे इको थोड़ी जी थां ते काफ़ी सारिया स्पीशीज़ रहिंदियां उन्होंने कहते बायोडाइवर्सिटी हॉटस्पॉट। ठीक है, बायोडाइवर्सिटी हॉटस्पॉट ਦੇ ਵਿੱਚ ਕੀ ਹੁੰਦਾ ਹੈ, the term biodiversity hotspot किने ਦਿੱਤੀ ਸੀ? A term hotspot was given by वाल्टर जी रोजन ने। ठीक है, वाल्टर जी रोजन ने बायो ਜਿਹੜੀ ਸੀ वाल्टर बायोडाइवर्सिटी हॉटस्पॉट ਜਿਹੜੀ टर्म ਉਹ ਦਿੱਤੀ ਸੀ। ठीक है जी। नेक्स्ट, विच ऑफ द फॉलोइंग टेक्निक इज मोस्ट सूटेबल फॉर डिस्पोजल ऑफ बायोकैमिकल, बायोकैमिकल डिस्पोजल या बायोकैमिकल वेस्ट वास्ते ਕਿਹੜੀ मोस्ट सूटेबल टेक्निक है? ਤਾਂ ਜਿਹੜਾ ਬਾਇਓਮੈਡੀਕਲ ਵੇਸਟ ਹੁੰਦਾ मतलब ਜਿਹੜਾ ਹਸਪੀਟਲਸ ਦੇ ਵਿੱਚ ਵੇਸਟ ਹੁੰਦਾ ਹੈ ਉਹਦੇ ਵਾਸਤੇ ਸਹੀ ਤਰੀਕਾ ਹੁੰਦਾ ਇਨਸਿਨਰੇਸ਼ਨ। ਇਨਸਿਨਰੇਸ਼ਨ ਦਾ ਮਤਲਬ ਹੁੰਦਾ ਹੈ ਉਹਨੂੰ ਕੀ ਕਰਦੇ ਹੋ, ਪੂਰਾ ਹੀਟ ਕਰਕੇ मतलब ਉਹਨੂੰ ਗਰਮ ਕਰਕੇ ਇਕੱਠਾ ਕਰਕੇ ਤੇ ਇੱਕ ਸੋਲਿਡ ਮਾਸ ਬਣਾ ਦਿਓ, ਉਸ ਪ੍ਰੋਸੈਸ ਨੂੰ ਕੀ ਕਹਿੰਦੇ ਨੇ? ਇਨਸਿਨਰੇਸ਼ਨ। ਤਾਂ ਇਨਸਿਨਰੇਸ਼ਨ ਇਜ਼ ਦਾ ਬੈਸਟ ਮੈਥਡ ਜਾਂ ਮੋਸਟ सूटेबल मैथड फॉर डिस्पोजल ऑफ बायोमेडिकल वेस्ट। हाँ जी, थोड़ा जिहा अगे फैक्चुअल क्वेश्चन है, मे भी पूछा जान के थोड़े चांसेस ने। विच ऑफ द फॉलोइंग इज नोन एज बर्डमैन ऑफ इंडिया? ठीक है, तो APJ अब्दुल कलाम प्रेजिडेंट सी, CV रमन नोबल लॉरेट सी, होमी जहांगीर भाभा ये इंडिया के न्यूक्लीयर एनर्जी के फादर सी, तो मगर कौन बचे? सलीम अली। सलीम अली इज द बर्डमैन ऑफ इंडिया। हाँ जी, नैक्सट क्वेश्चन बड़ा इंपोर्टेंट आने के पूरे पूरे चांसेस। फायरमैन वर्क्स ऑन द बेसिस ऑफ ਜਿਹੜੇ सॉरी फायरमैन नहीं सॉरी फ्यूज वायर, फ्यूज वायर किस प्रिंसीपल ਤੇ ਕੰਮ ਕਰਦੀ ਹੈ? ਤਾਂ ਵਾਇਰ ਫਿਊਜ਼ ਵਾਇਰ ਕੀ ਹੁੰਦਾ ਹੈ, ਜਿਹੜੇ ਕਨੈਕਟਰ ਦੇ ਵਿੱਚੋਂ ਮਤਲਬ ਜਿਹੜੇ ਕਨੈਕਟਰ ਨੂੰ ਫਿਊਜ਼ ਬਣਾਇਆ ਜਾਂਦਾ ਜਾਂ ਕਿਸੇ ਵੀ ਕਨੈਕਟਰ ਦੇ ਵਿੱਚ ਜਦੋਂ ਕਰੰਟ ਪਾਸ ਹੁੰਦਾ ਤਾਂ ਹੀਟ ਜਨਰੇਟ ਹੁੰਦੀ, ਇਹ ਕੰਮ ਕਰਦੀ ਥਰਮਲ ਇਫੈਕਟ ਆਫ ਕਰੰਟ ਤੇ ਫਿਊਜ਼ ਵਾਇਰ ਬਣਦੀ ਕਿਹਦੀ ਹੈ? ਇਹ ਬਣਦੀ ਹੈ ਲੈਡ ਦੀ ਤੇ टिन ਦੀ। ठीक है, लैड अपने को PB होंगे तो टिन अपने को SN होंगे, इन्हों दो एक अलोए होंगी है उस अलोए की बनती है। ठीक है जी। द एस्केप वेलोसिटी फॉर एनी ऑब्जेक्ट ऑन द अर्थ, अर्थ ते एस्केप वेलोसिटी कितनी होएगी? जेकर किसी ऑब्जेक्ट ਨੂੰ ਆਪਾਂ ਥੱਲੋਂ ਸੱਟਦੇ ਹਾਂ ਤਾਂ ਉਹ ਘੱਟੋ ਘੱਟ ਵੈਲੋਸਿਟੀ ਜਿੰਨੀ ਨਾਲ ਉਹਨੂੰ ਆਪਾਂ ਥੱਲੋਂ ਉਤਾਂ ਨੂੰ ਸੱਟੀਏ ਤੇ ਉਹ अर्थ की ग्रैविटेशनल बाउंड्री ਨੂੰ पार कर जाए तो वह होंगी 11.2 किलोमीटर पर आवर, सॉरी 11.2 किलोमीटर पर सैकेंड। तो अपने को नॉट इट्स नॉट C इट्स D राजी, पूरा ध्यान रखना है पेपर दे विच। ठीक है, निक्की जी एक गलती तुहाडा आंदा होया क्वेश्चन सारा सिस्टम खराब कर देगी। हुण जिवें होण लग्या सी मतलब ਤੁਹਾਨੂੰ आंसर पता होएगा 11.2 किलोमीटर पर सैकेंड होंदा है, बट इन्ने विच थोड़ी जी कहते ना नज़र हटी दुर्घटना घटी। ठीक है, बस वो गल ना हो जाए भी नज़र हटती रह जाए तो दुर्घटना आप दुर्घटना नहीं घटन। ठीक है, आप ETT कैडर 6635 ਦੇ ਵਿੱਚ ਆਪਾਂ ਪੱਕਾ ਹੋਣਾ। ठीक है जी, जे वीडियो ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੋਰ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਤੁਸੀਂ अपडेटेड रहो चैनल के नाल, तो हो सके तो वध तो वध इनू शेयर कर दो जो तुम्हें कंटेंट वधिया लगता। तो डिवाइस यूज टू स्टोर डॉक्यूमेंट और पिक्चर्स अवेलेबल ऑन एनी पेपर इनटू डिजिटल डिजिटल मैमरी के एक स्टॉक डॉक्यूमेंट या पिक्चर को स्टोर करके रखने वाला कि इंस्ट्रूमेंट होंगे स्कैनर। ठीक है, वैसे कंप्यूटर वाला पार्ट है तो कंप्यूटर सैक्शन है नहीं है, अपन कोई इन्ना दिक्कत ही नहीं है। ठीक है, तो छड्ड भी सकते आप। नैक्सट SB इज सिंबल फॉर एलीमेंट, SB किस सिंबल का SB सिंबल वाले एलीमेंट का नाम की है? तो यदा नाम होंगे जोड़ा सिलेनियम है वह सिंबल होंगे SE, टिन का होंगे SN, स्ट्रोंशियम का होंगे SR, तो एंटीमनी का SB, एंटीमनी का SB।
ਤਾਂ ਐਂਟੀਮਨੀ ਦਾ ਸਿੰਬਲ ਕਿਹੜਾ ਹੁੰਦਾ SB। ਹਾਂਜੀ ਨੈਕਸਟ, ਕੰਪਾਊਂਡ ਅਮੰਗ ਦਾ ਫੋਲੋਇੰਗ, ਇਹਨਾਂ ਸਾਰਿਆਂ ਦੇ ਵਿੱਚੋਂ ਕੰਪਾਊਂਡ ਕਿਹੜਾ? ਡਾਇਮੰਡ ਕਾਰਬਨ ਹੁੰਦਾ, ਗ੍ਰੇਫਾਈਟ ਵੀ ਕਾਰਬਨ ਹੁੰਦਾ, ਤੇ ਓਜ਼ੋਨ ਨਾ ਇੱਕ ਮਤਲਬ ਆਪਾਂ ਇਵੇਂ ਕਹਿ ਸਕਦੇ ਹਾਂ ਆਕਸੀਜਨ ਦੇ ਹੀ ਮੋਲੀਕੂਲ ਕੰਬਾਈਨ ਕਰਕੇ, ਤਾਂ ਇੱਕੋ ਹੀ ਟਾਈਪ ਦੇ ਐਟਮਸ ਕੰਬਾਈਨ ਹੁੰਦਾ, ਆਪਾਂ ਉਹਨੂੰ ਕੰਪਾਊਂਡ ਨਹੀਂ ਕਹਿ ਦਿੰਦੇ, ਮਤਲਬ ਇਹ ਐਲੀਮੈਂਟਲ ਫਾਰਮ ਵਿੱਚ ਜਾਂ ਕੰਪਾਊਂਡ ਫਾਰਮ 'ਚ, ਠੀਕ ਹੈ। ਤਾਂ ਬੈਸਟ ਜਿਹੜਾ ਸੂਟੇਬਲ ਆਨਸਰ ਵਾਟਰ ਹੋਏਗਾ। ਕਿਉਂ? ਕਿਉਂਕਿ ਕੰਪਾਊਂਡ ਉਹ ਹੁੰਦੇ ਨੇ ਜਿਹੜੇ ਇੱਕ ਤੋਂ ਜ਼ਿਆਦਾ ਐਲੀਮੈਂਟਸ ਦੇ ਬਣੇ ਹੁੰਦੇ ਨੇ, 2 ਔਰ ਮੋਰ ਐਲੀਮੈਂਟਸ, ਜਿਹੜੇ ਇੱਕ ਤੋਂ ਜ਼ਿਆਦਾ ਐਲੀਮੈਂਟਸ ਦੇ ਬਣੇ ਹੋਏ ਨੇ। ਤਾਂ ਵਾਟਰ ਦਾ ਫਾਰਮੂਲਾ ਹੁੰਦਾ H2O। ਤਾਂ ਫਿਰ ਆਪਾਂ ਇਹਨਾਂ ਨੂੰ ਕੀ ਕਹਾਂਗੇ? ਇਹ ਕੀ ਹੋ ਗਿਆ? ਕੰਪਾਊਂਡ। ਵਾਟਰ ਇਜ਼ ਆ ਕੰਪਾਊਂਡ। ਠੀਕ ਹੈ ਜੀ। ਅੱਗੇ ਕੁਝ ਕੁਐਸਚਨ ਪੈਡਾਗੋਜੀ ਦੇ ਨੇ। ਹਾਂਜੀ, ਤਾਂ ਕੁਝ ਕੁਐਸਚਨ ਅੱਗੇ ਸਾਇੰਸ ਦੇ ਹੋਰ ਨੇ। ਇਸ ਤੋਂ ਬਾਅਦ ਹਾਂਜੀ ਅੱਗੇ ਆ ਗਿਆ ਇਨ SI ਸਿਸਟਮ ਪਾਸਕਲ ਇਜ਼ ਯੂਨਿਟ। ਰਾਜੇ ਯੂਨਿਟ ਦੇ ਵਿੱਚ ਕੀ ਹੈ? ਜੇ ਫਿਜ਼ਿਕਸ ਦੇ ਕੁਐਸਚਨ ਆਉਂਦੇ ਨੇ ਤਾਂ ਯੂਨਿਟ ਇੱਕ ਪੱਕਾ ਪੁੱਛਿਆ ਜਾਏਗਾ। ਠੀਕ ਹੈ, ਕੁਝ ਯੂਨਿਟ ਮੈਂ ਲਿਖ ਦਿੰਦਾ। ਫੋਰਸ ਦੇ ਯੂਨਿਟ ਹੁੰਦੇ ਨੇ ਨਿਊਟਨ, ਠੀਕ ਹੈ। ਵਰਕ ਦੇ ਹੁੰਦੇ ਨੇ ਜਾਊਲ, ਇਹ SI ਯੂਨਿਟ ਨੇ ਰਾਜੇ, ਨਾਲ ਲਿਖਿਆ ਹੋਏਗਾ SI, ਠੀਕ ਹੈ। ਐਨਰਜੀ ਦੇ ਵੀ ਜਾਊਲ, ਫ੍ਰੀਕੁਐਂਸੀ ਦੇ ਹਰਟਜ਼, ਤੇ ਪ੍ਰੈਸ਼ਰ ਦੇ ਪਾਸਕਲ, ਠੀਕ ਹੈ। ਤੇ ਉਸ ਤੋਂ ਬਾਅਦ ਜੇ ਪਾਵਰ ਆ ਜਾਏ ਤਾਂ ਉਹਦੇ ਵਾਟ, ਠੀਕ ਹੈ। ਕੁਝ ਯੂਨਿਟ ਹੈਗੇ ਨੇ ਹੈਲਪਫੁਲ ਹੋ ਸਕਦੇ ਨੇ, ਜ਼ਰੂਰੀ ਨਹੀਂ ਹੈ ਜੋ ਪੇਪਰ ਜੋ ਕੁਐਸਚਨ ਇਹਦੇ ਵਿੱਚ ਆਏ ਨੇ ਉਹ ਇਹਦੇ ਵਿੱਚ ਆ ਸਕਦੇ ਨੇ, ਠੀਕ ਹੈ। ਕੁਝ ਇਹਦੇ ਵਰਗਾ ਵੀ ਕੁਝ ਆ ਸਕਦਾ ਹੈ, ਕੁਝ ਇਵੇਂ ਦੇ। ਇਹ ਆਪਣਾ ਮਤਲਬ ਲੈਵਲ ਚੈੱਕ ਕਰਨ ਵਾਸਤੇ ਨੇ ਵੀ ਇਸ ਲੈਵਲ ਦੇ ਕੁਐਸਚਨ ਆ ਸਕਦੇ ਨੇ। ਮੈਥਡ ਆਫ ਹੀਟ ਟ੍ਰਾਂਸਫਰ ਬਾਈ ਵਿਚ ਹੀਟ ਐਮਿਟਡ ਬਾਈ ਸਨ ਅਪਰੋਚਿਸ ਦਾ ਅਰਥ। ਸਨ ਤੋਂ ਆਪਣੀ ਜਿਹੜੀ ਅਰਥ ਤੱਕ ਹੀਟ ਹੈ ਕਿਸ ਮੈਥਡ ਨਾਲ ਪਹੁੰਚਦੀ ਹੈ? ਕੰਡਕਸ਼ਨ, ਕਨਵੈਂਸ਼ਨ, ਰੇਡੀਏਸ਼ਨ। ਰੇਡੀਏਸ਼ਨ ਆਪਾਂ ਕਹਿੰਦੇ ਸਨ ਤੋਂ ਆਪਣੇ ਤੱਕ ਕੀ ਹੁੰਦੀਆਂ ਨੇ? ਰੇਡੀਏਸ਼ਨਸ ਹੁੰਦੀਆਂ ਨੇ। ਤੇ ਜਿਹੜੀਆਂ ਸਨ ਤੋਂ ਰੇਡੀਏਸ਼ਨਸ ਹੁੰਦੀਆਂ ਨੇ ਉਹ ਵੀ 3 ਤਰ੍ਹਾਂ ਦੇ ਰੇਡੀਏਸ਼ਨ ਹੁੰਦੇ ਨੇ। ਇੱਕ ਹੁੰਦੇ ਨੇ ਅਲਟਰਾ ਵਾਇਲਟ, ਦੂਜੀਆਂ ਹੁੰਦੀਆਂ ਨੇ IR, ਤੇ ਤੀਜੀਆਂ ਹੁੰਦੀਆਂ ਨੇ ਵਿਜ਼ੀਬਲ। ਵਿਜ਼ੀਬਲ ਵਿੱਚ ਕੀ ਹੁੰਦਾ? ਸਾਰੇ ਕਲਰ ਹੁੰਦੇ ਨੇ। IR ਵਿੱਚ ਕੀ ਹੁੰਦਾ? ਸਾਰੀ ਹੀਟ ਹੁੰਦੀ ਹੈ। ਤੇ UV ਜਿਹੜੀਆਂ ਨੇ ਉਹ ਓਜ਼ੋਨ ਲੇਅਰ ਆਪਾਂ ਨੂੰ ਰੋਕ ਲੈਂਦੀ ਹੈ। ਨੈਕਸਟ, ਐਨ ਆਬਜੈਕਟ ਇਜ਼ ਪਲੇਸਡ ਬਿਟਵੀਨ 2 ਪਲੇਨ ਮਿਰਰ ਵਿਚ ਆਰ ਕੈਪਟ ਐਟ 60 ਡਿਗਰੀ। 60 ਡਿਗਰੀ ਤੇ 2 ਪਲੇਨ ਮਿਰਰ ਰੱਖੇ ਗਏ ਨੇ, ਇੱਕ ਇੱਥੇ ਹੈ ਤੇ ਦੂਸਰਾ ਪਲੇਨ ਮਿਰਰ ਇੱਥੇ, ਤੇ ਆਹ 60 ਡਿਗਰੀ ਐਂਗਲ ਹੈ। ਵਿਦ ਈਚ ਅਦਰ ਦਾ ਨੰਬਰ ਆਫ ਇਮੇਜਿਸ ਕਿੰਨੀਆਂ ਬਣਨਗੀਆਂ? ਤੇ ਇਹਦਾ ਫਾਰਮੂਲਾ ਹੁੰਦਾ 360 ਬਾਈ ਥੀਟਾ, ਠੀਕ ਹੈ, ਜਾਂ ਫਿਰ 360 ਬਾਈ ਥੀਟਾ -1। ਜੇ ਇਹਨੂੰ ਸੋਲਵ ਕਰਨ ਤੇ ਆਨਸਰ ਈਵਨ ਆ ਰਿਹਾ ਹੋਵੇ, ਠੀਕ ਹੈ, ਤਾਂ ਫਿਰ ਇੱਕ ਸਬਟਰੈਕਟ ਕਰਨਾ ਹੈ। ਤੇ ਜੇ 360 ਬਾਈ ਥੀਟਾ ਦੇ ਨਾਲ ਆਨਸਰ ਔਡ ਆ ਰਿਹਾ ਤਾਂ ਫਿਰ ਸੇਮ ਹੀ ਰਹੇਗਾ, ਠੀਕ ਹੈ ਜੀ। ਤਾਂ ਹੁਣ ਆਪਣੇ ਕੋਲ ਕੀ ਹੈ? 360 ਬਾਈ ਥੀਟਾ ਆਪਾਂ ਸੋਲਵ ਕਰਾਂਗੇ। 360 ਬਾਈ 60 ਬਣ ਗਿਆ 6 -1 ਆਪਣੇ ਕੋਲ ਕੀ ਬਣ ਗਿਆ 5। ਤਾਂ 5 ਬਣਨਗੇ, ਠੀਕ ਹੈ। ਜੇ ਮੰਨ ਲਓ 90 ਦਿੱਤਾ ਹੁੰਦਾ, ਠੀਕ ਹੈ, ਤਾਂ 360 ਬਾਈ 90 ਤਾਂ 3 ਇਮੇਜਿਸ ਬਣਨੀਆਂ ਸੀ। ਹਾਂਜੀ ਕਲੀਅਰ ਹੈ ਜੀ। 120 ਦੇ ਰੱਖਿਆ ਹੁੰਦਾ 360 ਬਾਈ 120 ਤਾਂ ਉਸ ਕੰਡੀਸ਼ਨ ਦੇ ਵਿੱਚ ਵੀ 3 ਇਮੇਜਿਸ ਬਣਨੀਆਂ ਸੀ। ਹਾਂਜੀ ਨੈਕਸਟ, ਲਾਊਡਨੈਸ ਆਫ ਸਾਊਂਡ ਇਜ਼ ਡਿਟਰਮਾਈਨਡ ਬਾਈ। ਜਦੋਂ ਆਪਾਂ ਇੱਕ ਸਾਊਂਡ ਕਰਦੇ ਹਾਂ, ਸਾਊਂਡ ਇੱਕ ਵੇਵ ਹੁੰਦੀ ਹੈ, ਤੇ ਉਸ ਵੇਵ ਦੀ ਲਾਊਡਨੈਸ ਹੈ ਉਹ ਕੌਣ ਰਿਪਰੈਜ਼ੈਂਟ ਕਰਦਾ ਹੈ? ਤਾਂ ਵੇਵ ਦੀ ਜਿਹੜੀ ਲਾਊਡਨੈਸ ਹੈ ਉਹ ਆਪਾਂ ਨੂੰ ਪ੍ਰੋਵਾਈਡ ਕਰਵਾਉਂਦਾ ਐਂਪਲੀਟਿਊਡ। ਐਂਪਲੀਟਿਊਡ ਆਪਾਂ ਨੂੰ ਲਾਊਡਨੈਸ ਦੱਸਦਾ, ਠੀਕ ਹੈ, ਤੇ ਉਹਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਆਪਾਂ ਨੂੰ ਦੱਸਦੀ ਹੈ ਮਤਲਬ ਉਹਦੀ ਪਿੱਚ, ਵੀ ਆਵਾਜ਼ ਕਿੰਨੀ ਕੁ ਸ਼੍ਰਿਲ ਹੈ ਜਾਂ ਫਲੈਟ ਹੈ। ਜੇ ਫ੍ਰੀਕੁਐਂਸੀ ਬਹੁਤ ਜ਼ਿਆਦਾ ਤਾਂ ਆਵਾਜ਼ ਸ਼੍ਰਿਲ ਹੈ, ਤੇ
मतलब ये आवाज़ की श्रिलनेस दसदी है, ठीक है। तो एक फैक्टर होंगे क्वालिटी, सॉरी आह क्वालिटी पिच डिफाइन करती है, जी पिच, ठीक है। जी फ्रीकुएंसी वो ये दसदी आवाज़ कितनी ज़्यादा श्रिल है या कितनी ज़्यादा सॉफ्ट है, ठीक है जी। नेक्स्ट, व्हेन एन ऑब्जेक्ट इज प्लेस्ड इन फ्रंट ऑफ अ कनकेव मिरर एट इट्स सेंटर ऑफ करवेचर, जो भी ध्यान रखना है इमेज सेंटर ऑफ करवेचर से बनती है, तो ऑब्जेक्ट जो भी ऑब्जेक्ट सेंटर ऑफ करवेचर रखता है तो सेम ही होंगे, वर्चुअल इमेज बनेगी, वर्चुअल इमेज बनेगी तो सेम साइज की, तो जी वर्चुअल है वो इनवर्टेड तो होएगी, सॉरी ये वर्चुअल नहीं बनेगी, सॉरी रियल बनेगी तो इनवर्टेड होएगी, सॉरी स्टूडेंट्स एक्चुअली थोड़ी गलती होगी, जो सेंटर ऑफ करवेचर ते रखांगे तो जिन्ने मतलब सी ते रखांगे तो सी ते ही इमेज बनेगी, रियल बनेगी, तो जी रियल होएगी वो इनवर्टेड होएगी, इसकी खासियत की होएगी सेम साइज की होएगी, इसकी खासियत की होएगी सेम साइज की होएगी, रियल इनवर्टेड एंड इक्वल टू साइज ऑफ ऑब्जेक्ट, अपने को क्या आएगा बी ऑप्शन, तो उपर वाले दी एंपलीट्यूड, तो यदा 5 आंसर, ठीक है। हाँ जी, नेक्स्ट आह मोस्ट इंपॉर्टेंट पार्ट, द डिजीज कास्ड बाय वायरस, वायरल डिजीज केड़ी है, जी रेबीज है यही वायरल डिजीज होंगी, एक रेबीज वायरस होंगे वो करके होंगी है, ठीक है। टाइफोइड कि करके होंगे, एक बैक्टीरिया साल्मोनेला टाइफी, ठीक है। तो जोड़ा मलेरिया है वो की होंगे एक पैरासाइट, सॉरी एक वो होंगे प्रोटोजोआ प्लाज्मोडियम, प्लाज्मोडियम, ठीक है। तो जोड़ा डायरिया होंगे ये होंगे कैंपाइलोबैक्टर, एक बैक्टीरिया होंगे ठीक है, ये करके होंगे, ये भी बैक्टीरिया करके होगी, ये भी बैक्टीरिया करके होगी, आह प्रोटोजोआ करके होगी, तो वायरल डिजीज केड़ी है रैबिस है, ठीक है। तो मलेरिया जोड़ा है वो फीमेल एनाफिलीज मॉस्किटो राही फैलाया जाता है, यही ये वैक्टर का काम करती है। अगे ईस्ट जी ईस्ट होंगी वो की होंगी, ईस्ट की होंगी एक फंजाई होंगी है, तो यह इको एक फंजाई है जी यूनीसैलुलर होंगी है, इको एक फंजाई जी यूनीसैलुलर होंगी है वो की होंगी है ईस्ट, ठीक है। इन्हू खमीर भी कह देते हैं। विच ऑफ द फॉलोइंग इज कोल्ड हैबिटेट प्लांट, ठीक है। कोल्ड हैबिटेट प्लांट मतलब जो ठंडे थावां ते रहंदे ने, ठीक है, मतलब जिथे बर्फ पैंदी होंदी है तो वो होंदा हाइड्रेला, हाइड्रेला कोल्ड हैबिटेट प्लांट, विच ऑफ द मैच द फॉलोइंग, हुण इन्हां नूं मैच करना है, ठीक है। जिहड़ा ट्यूबरकलोसिस है वो होंदा माइकोबैक्टीरियम टीबी करके, ठीक है। तो जो टाइफोइड है वो होंगे साल्मोनेला टाइफी करके, ठीक है। जो चिकन पॉक्स है वो होंगे वेरिसिला जोस्टर वायरस करके, तो वूपिंग कफ होंगे बोर्टेला पर्ट्यूसिस, मतलब ये करके होंगे है, ठीक है जी। तो हम वेख लो फस्ट दा डी, सैकेंड दा ए, थर्ड दा सी, ते फोर्थ दा बी, हाँ जी। फस्ट दा डी, सैकेंड दा ए, डी ए सी बी, डी ए सी बी, तो अपने को की आएगा सी ऑप्शन, तो कि ऑप्शन सही है, सी ऑप्शन इज करेक्ट ऑप्शन, हाँ जी। विच ऑफ द फॉलोइंग इज लार्जेस्ट ग्लैंड ऑफ ह्यूमन बींग्स, तो जी लिवर है, ठीक है, लिवर जी लार्जेस्ट ग्लैंड है, लिवर के रिलीज की होंगे बाइल जूस, ठीक है। तो बाइल जूस स्टोर कितने होंगे गाल ब्लैडर के, स्टोर कितने होंगे गाल ब्लैडर के, ठीक है। पैनक्रियाज की होंगे इंसुलिन रिलीज होंगे, जोड़ा अपने ब्लड के शूगर लैवल को कंट्रोल कर रहा है, एडरनल विचों एड्रीनालीन,
ਜਿਹੜਾ ਆਪਣੇ ਇਮੋਸ਼ਨਸ 'ਤੇ ਕੰਟਰੋਲ ਕਰਦਾ, ਠੀਕ ਹੈ। ਅਤੇ ਥਾਈਮਸ ਦੇ ਵਿੱਚੋਂ ਥਾਇਰੋਕਸਿਨ। ਠੀਕ ਹੈ ਜੀ। ਨੈਕਸਟ ਤਾਂ ਆਹ ਸਾਇੰਸ ਵਾਲਾ ਪੋਰਸ਼ਨ ਆਪਣੇ ਕੋਲ ਇੰਨਾ ਹੀ ਸੀਗਾ, ਠੀਕ ਹੈ। ਤਾਂ ਇਹ ਕੁਐਸਚਨਸ ਬੱਚੇ ਤੁਹਾਡੇ ਵਾਸਤੇ ਕਾਫੀ ਹੈਲਪਫੁਲ ਹੋਣਗੇ, ਠੀਕ ਹੈ। ਜਿਨ੍ਹਾਂ ਨੇ ਵੀਡੀਓ ਲਾਸਟ ਤੱਕ ਵੇਖੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ। ਜੇ ਕੰਟੈਂਟ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।